ਬੇਬਾਲਾਂ ਦੇ ਸਿਰ ਦਾ ਸਾਇਆ, ਜਿਵੇਂ ਬਿਜੜੇ ਨੇ ਅੱਲ ਨਾ ਪਾਇਆ। ਕੀਤਾ ਇੱਕੋ ਦਿਨ ਤੇ ਰਾਤ, ਬੇ ਅਲਿਫ ਤੇ ਪੇ ਬਾਪ, ਤਿੰਨ ਹਰਫਾਂ ਦਾ ਇਹ ਮਿਲਾਪ। ਫਾਦਰਸ ਡੇ ਦਾ ਮੌਕਾ ਹੈ ਔਰ ਅਗਰ ਤੁਸੀਂ ਫਾਦਰਸ ਡੇ ਦੇ ਹਵਾਲੇ ਦੇ ਨਾਲ ਕਿਸੇ ਨਜ਼ਮ ਦੀ ਤਲਾਸ਼ ਦੇ ਵਿੱਚ ਕਲਿੱਕ ਕੀਤਾ ਹੈ ਤੇ ਬਿਲਕੁਲ ਦਰੁਸਤ ਜਗ੍ਹਾ ਤੇ ਕਲਿੱਕ ਕੀਤਾ ਹੈ ਔਰ ਉਮੀਦ ਹੈ ਕਿ ਇਹ ਨਜ਼ਮ ਇੱਕ ਸਬਕ ਆਮੋਜ਼ ਚੂँਕਿ ਨਜ਼ਮ ਹੈ, ਉਮੀਦ ਹੈ ਤੁਹਾਨੂੰ ਪਸੰਦ ਵੀ ਆਵੇਗੀ ਔਰ ਇਹਦੇ ਨਾਲ ਇਹ ਵੀ ਉਮੀਦ ਹੈ ਕਿ ਤੁਸੀਂ ਇਹਨੂੰ ਦੂਸਰਿਆਂ ਦੇ ਨਾਲ ਵੀ ਸ਼ੇਅਰ ਕਰੋਗੇ। ਸੋ ਪੰਜਾਬੀ ਜ਼ੁਬਾਨ ਦੇ ਵਿੱਚ ਔਰ ਤਿੰਨ ਹਿੱਜੇ ਸਾਹਮਣੇ ਰੱਖਦਿਆਂ ਹੋਇਆਂ, ਜਿਵੇਂ ਕਿ ਸਾਨੂੰ ਪਤਾ ਇਸ ਗੱਲ ਦਾ, ਜਿਹੜਾ ਬਾਪ ਲਫ਼ਜ਼ ਹੈ ਉਹ ਤਿੰਨ ਹਿੱਜਿਆਂ ਨਾਲ ਮਿਲ ਕੇ ਬਣਿਆ ਹੈ। ਪਹਿਲਾ ਹਿੱਜਾ ਬੇ ਵੇ, ਦੂਸਰਾ ਅਲਿਫ ਹੈ ਔਰ ਤੀਸਰਾ ਪੇ ਵੇ। ਇਹਨਾਂ ਤਿੰਨਾਂ ਹਿੱਜਿਆਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਿਹੜੇ ਪਹਿਲੇ ਤਿੰਨ ਸ਼ੇਰ ਨੇ ਉਹ ਬਾਪ ਦੀ ਅਹਿਮੀਅਤ ਔਰ ਉਹਦੇ ਕਿਰਦਾਰ ਨੂੰ ਉਜਾਗਰ ਕਰਨ ਵਾਸਤੇ ਲਿਖੇ ਨੇ ਔਰ ਜਿਹੜੇ ਉਸ ਤੋਂ ਅੱਗੇ ਤਿੰਨ ਸ਼ੇਰ ਨੇ ਉਹ ਲੋਕਾਂ ਨੂੰ ਉਭਾਰਿਆ ਗਿਆ ਹੈ, ਇਸ ਗੱਲ ਵਾਸਤੇ ਕਾਇਲ ਕੀਤਾ ਗਿਆ ਹੈ ਕਿ ਅਗਰ ਬਾਪ ਆਪਣੇ ਬੱਚਿਆਂ ਵਾਸਤੇ ਮਿਹਨਤ ਕਰਦਾ ਹੈ, ਮਜ਼ਦੂਰੀ ਕਰਦਾ ਹੈ, ਆਪਣੇ ਕਿਰਦਾਰ ਨੂੰ ਬਖੂਬੀ ਨਿਭਾਉਂਦਾ ਹੈ ਤੇ ਫਿਰ ਤੁਹਾਨੂੰ ਉਹਦੇ ਨਾਲ ਕਿਵੇਂ ਦਾ ਸਲੂਕ ਕਰਨਾ ਚਾਹੀਦਾ ਹੈ। ਸੋ ਤਿੰਨ ਹਿੱਜੇ ਬੇ ਅਲਿਫ ਤੇ ਪੇ। ਸੋ ਕਾਬਲੇ ਗੌਰ ਗੱਲ ਹੈ ਕਿ ਬੇ ਅਲਿਫ ਤੇ ਪੇ ਬਾਪ, ਤਿੰਨ ਹਰਫਾਂ ਦਾ ਇਹ ਮਿਲਾਪ। ਪਹਿਲਾ ਸ਼ੇਰ ਜੀ, ਬੇਬਾਲਾਂ ਦੇ ਸਿਰ ਦਾ ਸਾਇਆ, ਜਿਵੇਂ ਬਿਜੜੇ ਨੇ ਅੱਲ ਨਾ ਪਾਇਆ। ਸਾਨੂੰ ਪਤਾ ਇਸ ਗੱਲ ਦਾ, ਇੱਕ ਪਰਿੰਦਾ ਔਰ ਉਹ ਆਪਣੇ ਘੌਂਸਲੇ ਦੀ ਵਜ੍ਹਾ ਤੋਂ ਬੜਾ ਮਸ਼ਹੂਰ ਵੀ ਹੈ, ਉਹਦੀ ਤਸਵੀਰ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਬੜੀ ਮਿਹਨਤ ਦੇ ਨਾਲ ਉਹ ਬਣਾਉਂਦਾ ਹੈ ਔਰ ਯਕੀਨਨ ਸਾਡੀਆਂ ਨਜ਼ਰਾਂ ਦੇ ਵਿੱਚ, ਇਨਸਾਨਾਂ ਦੀ ਨਜ਼ਰ ਦੇ ਵਿੱਚ ਉਹ ਘੌਂਸਲਾ ਹੈ, ਲੇਕਿਨ ਉਹ ਔਰ ਉਹਦੇ ਬਾਲਾਂ ਦਾ, ਉਹਦੇ ਬੱਚਿਆਂ ਦਾ ਉਹ ਘਰ ਹੈ, ਉਹਦੇ ਖਾਨਦਾਨ ਦਾ ਉਹ ਘਰ ਹੈ, ਬਿਲਕੁਲ ਇੰਜੀ। ਔਰ ਸਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਉਹ ਪਰਿੰਦਾ ਦਿਨ ਰਾਤ ਮਿਹਨਤ ਕਰਦਾ ਹੈ ਉਸ ਆਲਣੇ ਨੂੰ ਜਾਂ ਆਪਣੇ ਘਰ ਨੂੰ ਬਣਾਉਣ ਵਾਸਤੇ। ਬਿਲਕੁਲ ਇੰਜੀ ਇੱਕ ਜਿਹੜਾ ਬਾਪ ਹੈ ਉਹ ਆਪਣੇ ਕਿਰਦਾਰ ਔਰ ਆਪਣੀ ਜ਼ਿੰਮੇਦਾਰੀਆਂ ਨੂੰ ਸਮਝਦਾ ਹੋਇਆਂ ਉਹ ਵੀ ਬਿਲਕੁਲ ਇੰਜੀ ਆਪਣੇ ਬੱਚਿਆਂ ਵਾਸਤੇ, ਆਪਣੇ ਘਰ ਨੂੰ ਬਣਾਉਣ ਵਾਸਤੇ ਮਿਹਨਤ ਕਰਦਾ ਹੈ। ਸੋ ਇਸੇ ਵਾਸਤੇ ਇਸ ਗੱਲ ਨੂੰ ਲਿਖਿਆ ਕਿ ਬੇਬਾਲਾਂ ਦੇ ਸਿਰ ਦਾ ਸਾਇਆ, ਜਿਵੇਂ ਬਿਜੜੇ ਨੇ ਅੱਲ ਨਾ ਪਾਇਆ। ਕੀਤਾ ਇੱਕੋ ਦਿਨ ਤੇ ਰਾਤ, ਬੇ ਅਲਿਫ ਤੇ ਪੇ ਬਾਪ, ਤਿੰਨ ਹਰਫਾਂ ਦਾ ਇਹ ਮਿਲਾਪ। ਦੂਸਰਾ ਜਿਹੜਾ ਹਰਫ ਹੈ ਉਹ ਹੈ ਜੀ ਅਲਿਫ ਔਰ ਅਲਿਫ ਦੇ ਹਵਾਲੇ ਨਾਲ ਸ਼ੇਰ ਅਰਜ਼ੇ। ਅਲਿਫ ਇਹ ਕਰਦਾ ਰਹਿ ਮਜ਼ਦੂਰੀ, ਅਲਿਫ ਇਹ ਕਰਦਾ ਰਹਿ ਮਜ਼ਦੂਰੀ, ਤਾਂ ਹੀ ਬੱਚੇ ਖਾਵਨ ਚੂਰੀ। ਬਾਪ ਮਜ਼ਦੂਰੀ ਕਰਦਾ, ਬੱਚੇ ਮੌਜਾਂ ਕਰਦੇ ਨੇ। ਅਲਿਫ ਇਹ ਕਰਦਾ ਰਹਿ ਮਜ਼ਦੂਰੀ, ਤਾਂ ਹੀ ਬੱਚੇ ਖਾਵਨ ਚੂਰੀ, ਭਾਵੇਂ ਦਿਨ ਤੇ ਭਾਵੇਂ ਰਾਤ। ਬੇ ਅਲਿਫ ਤੇ ਪੇ ਬਾਪ, ਤਿੰਨ ਹਰਫਾਂ ਦਾ ਇਹ ਮਿਲਾਪ। ਤੀਸਰਾ ਸ਼ੇਰ ਔਰ ਤੀਸਰਾ ਹਰਫ ਜਿਹੜਾ ਉਹ ਪੇ ਵੇ ਔਰ ਪੇ ਨੂੰ ਸਾਹਮਣੇ ਰੱਖਦਿਆਂ ਹੋਇਆਂ ਲਿਖਿਆ ਕਿ ਪੇ ਪਹਾੜ ਵੀ ਚੜ੍ਹ ਜਾਂਦਾ, ਪੇ ਪਹਾੜ ਵੀ ਚੜ੍ਹ ਜਾਂਦਾ, ਮੌਤ ਨਾਲ ਇਹ ਲੜ ਜਾਂਦਾ। ਬਾਪ ਦਾ ਇੱਕ ਐਸਾ ਕਿਰਦਾਰ ਹੈ ਜਿਹੜਾ ਆਪਣੇ ਖਾਨਦਾਨ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੇ ਘਰੇਲੂ ਸਾਰੇ ਮਾਮਲਾਤ ਨੂੰ ਸਾਹਮਣੇ ਰਹਿ ਕੇ ਜਿਹੜੇ ਮੁਸ਼ਕਲਾਤ ਹੁੰਦੀਆਂ ਨੇ, ਪਹਾੜ ਵਰਗੀਆਂ ਮੁਸ਼ਕਲਾਤ ਹੁੰਦੀਆਂ ਨੇ, ਉਹ ਉਹਨਾਂ ਨੂੰ ਵੀ ਅਬੂਰ ਕਰ ਜਾਂਦਾ ਹੈ। ਸੋ ਪੇ ਪਹਾੜ ਵੀ ਚੜ੍ਹ ਜਾਂਦਾ, ਮੌਤ ਨਾਲ ਇਹ ਲੜ ਜਾਂਦਾ, ਬਦਲਣ ਲਈ ਬੁਰੇ ਹਾਲਾਤ। ਬੇ ਅਲਿਫ ਤੇ ਪੇ ਬਾਪ, ਤਿੰਨ ਹਰਫਾਂ ਦਾ ਇਹ ਮਿਲਾਪ। ਚੂँਕਿ ਇਹ ਤਿੰਨ ਸ਼ੇਰ ਕੰਪਲੀਟ ਹੋ ਗਏ ਨੇ, ਮੁਕੰਮਲ ਹੋ ਗਏ ਨੇ, ਜਿਹੜੇ ਅਸੀਂ ਪਹਿਲਾਂ ਸਿੱਖੇ ਨੇ। ਬੇ ਦੇ ਹਵਾਲੇ ਨਾਲ ਇੱਕ ਸ਼ੇਰ, ਫਿਰ ਅਲਿਫ ਦੇ ਹਵਾਲੇ ਨਾਲ ਇੱਕ ਸ਼ੇਰ ਔਰ ਫਿਰ ਅਸੀਂ ਪੇ ਦੇ ਹਵਾਲੇ ਨਾਲ ਇੱਕ ਸ਼ੇਰ। ਸੋ ਹੁਣ ਜਿਹੜੇ ਅਗਲੇ ਤਿੰਨ ਸ਼ੇਰ ਨੇ ਉਹ ਅਪੀਲ ਹੈ ਔਰ ਜਿਹੜਾ ਪਹਿਲਾ ਹੈ, ਚੂँਕਿ ਪਹਿਲਾ ਹਰਫ ਬੇ ਵੇ, ਬੇ ਬਣ ਜਾਓ ਤਾਬੇਦਾਰ, ਮਾਂ ਪਿਓ ਦੇ ਵਫਾਦਾਰ। ਇੱਕ ਪਹਿਲੇ ਸਾਰੇ ਬੱਚਿਆਂ ਅੱਗੇ ਜਿਨ੍ਹਾਂ ਦੇ ਵਾਲदैन ਹਯਾਤ ਨੇ ਉਹ ਜ਼ਰੂਰ ਇਸ ਗੱਲ 'ਤੇ ਗੌਰ ਕਰਨ। ਬੇ ਬਣ ਜਾਓ ਤਾਬੇਦਾਰ, ਮਾਂ ਪਿਓ ਦੇ ਵਫਾਦਾਰ, ਮਿਲਣਗੀਆਂ ਬੜੀਆਂ ਬਰਕਾਤ। ਬੇ ਅਲਿਫ ਤੇ ਪੇ ਬਾਪ, ਤਿੰਨ ਹਰਫਾਂ ਦਾ ਇਹ ਮਿਲਾਪ। ਸਾਨੂੰ ਇਸ ਗੱਲ ਦਾ ਪਤਾ ਹੈ ਕਿ ਖੁਦਾ ਦੇ ਪਾਕ ਕਲਾਮ ਦੇ ਵਿੱਚ ਵੀ, ਖਰੂਜ ਦੀ ਕਿਤਾਬ ਦੇ ਵਿੱਚ ਜਦੋਂ ਲਿਖਿਆ ਹੈ ਕਿ ਤੂੰ ਆਪਣੇ ਬਾਪ ਔਰ ਆਪਣੇ ਮਾँ की
ਇੱਜ਼ਤ ਕਰਨਾ। ਔਰ ਫਿਰ ਸਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਇਹ ਵਾਹਿਦ ਹੁਕਮ ਹੈ ਜਿਹਦੇ ਨਾਲ वादा किया गया है कि तेरी उम्र उस मुल्क में जो खुदावन तेरा खुदा तुझे देता है दराज होगी। यकीनन खुदा वादे का सच्चा खुदा है और अपने वादे जरूर पूरा करता है। सो तां ही लिखा है कि बेबन जाओ ताबेदार माँ प्यो दे वफादार मिलन गियाँ बड़ियाँ बरकात बे अलिफ ते पे बाप 3 हरफां दा ये मिलाप। अगला हरफ है जी अलिफ। अलिफ अनजान ना रहना लोको, काबले गौर गल है जी। अलिफ अनजान ना रहना लोको प्यो दा मनना कहना लोको। अलिफ अनजान ना रहना लोको प्यो दा मनना कहना लोको। रब सोहने दे ये कलमात बे अलिफ ते पे बाप 3 हरफां दा ये मिलाप। चूँकि खुदा ने अपने पाक कलाम विच बार बार इस गल नूं तहरीर कीता है कि सानू अपने बाप और अपनी माँ की इज्जत करनी चाहिए, उन्होंने कदर करनी चाहिए, चूँकि ये किरदार इंतहाई अहमियत के हामिल ने। सो इस गल नूं सामने रखदे होए गल लिखी सी कि अलिफ अनजान न रहना लोको प्यो दा मनना कहना लोको। रब सोहने दे ये कलमात बे अलिफ ते पे बाप 3 हरफां दा ये मिलाप। अगला हरफ पे वे और पे नूं सामने रखदे होया अपील के तौर पर पे प्यो अखवाना औखा। पे प्यो अखवाना औखा बच्चियां नूं समझाना औखा। पे प्यो अखवाना औखा बच्चियां नूं समझाना औखा। समझ ये आउंदी अपने आप बे अलिफ ते पे बाप 3 हरफां दा ये मिलाप। और एक होर भी पंजाबी दा शेर है, यकीनन हो सकता है तुसी ये शेर पहलां भी सुनिया होवे कि अब्बा अब्बा कहिंदे सां बड़े चंगे रहिंदे सां जदों दा अब्बा अखवाया है बड़ा ही दुख पाया है। सो बच्चे जदों बच्चों नूं समझाई दी ये गल लेकिन उन्होंने समझ नहीं आउंदी, लेकिन जदों वो खुद फिर उस जगह ते पहुँचते हैं फिर उन्होंने समझ लगती है कि साडा माँ प्यो सानू की आंदा सी। सो जरूर है कि वक्त दे नाल असी इस गल नूं पहचान जाइए, क्योंकि जदों बच्चे फिर प्यो कहण वाले हुंदे ने ना, सानू असी जदों छोटे सानू समझ नहीं सी आउंदी, अज साडे बच्चों नूं समझ नहीं आउंदी। लेकिन याद रखिया जे ये गल इस गल नूं सामने रख के लिखीए ताकि जिहड़ा सुने वो समझे कि वक्त तो पहला इस गल नूं समझ जाएंगे तो साढ़े वास्ते इंतहाई ज़्यादा ये गल बायस बरकत होवेगी। सो इस वास्ते लिखा है कि पे प्यो अखवाना औखा बच्चियां नूं समझाना औखा। समझ ये आउंदी अपने आप बे अलिफ ते पे बाप 3 हरफां दा ये मिलाप। आखिरी शेर है जी के अफजाल चौहान ने गल सुनाई। अफजाल चौहान ने गल सुनाई रब दा तोहफा बाबा माई। भावें तोल ते भावें नाप 3 हरफां दा ये मिलाप। और खुदा दे पाक कलाम दे विच 127वें ज़बूर दी 3री आयत दे विच लिखिया है कि देखो औलाद खुदावंद की तरफ से मिरास है। सो इस आयत तो असी ये गल सीखने कि खुदावंद वल्लों ये औलाद मिरास के तौर पर मिलती है और खुदा ही वालदैन नूं वालदैन होण दा दर्जा अता करदा है। बच्चों नूं तोहफा मिलता है वालदैन दा, वालदैन नूं तोहफा मिलता है बच्चों का। सो ये गल दोनों तरफ वालों में, यानी कि बच्चों वालों वालदैन तोहफा और वालदैन नूं बच्चे तोहफा, लेकिन देन वाली वो कादर मुतलक खुदा दी ज़ात है। सो सानू इस गल वास्ते यकीनन खुदा दा शुक्र और उहदी तारीफ करदियां रहना चाहिए। सो इस गल नूं सामने रख के ये गल लिखी कि अफजाल चौहान ने गल सुनाई रब दा तोहफा बाबा माई। भावें तोल ते भावें नाप बे अलिफ ते पे बाप 3 हरफां दा ये मिलाप। खुदा तुहानूं सारिआं नूं बहुत ज़्यादा बरकत दे। आमीन।